ਸਰਦਾਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਅੰਤਰਝਾਤ ਦਾ ਲੇਖ ਹੈ ਨਿੱਕੀਆਂ ਨਿੱਕੀਆਂ ਗੱਲਾਂ। ਜ਼ਿੰਦਗੀ ਦੀ ਖੇਡ ਲਈ ਹਰ ਕਿਸੇ ਕੋਲ ਵੱਖਰੇ ਵੱਖਰੇ ਪੱਤੇ ਹੁੰਦੇ ਹਨ। ਰੰਗੀਨ ਦੁਨੀਆ ਕਿਸੇ ਨੂੰ ਵਿਰਸੇ 'ਚ ਨਹੀਂ ਮਿਲਦੀ। ਹਰ ਕਿਸੇ ਨੇ ਆਪਣੀ ਦੁਨੀਆ ਵਿੱਚ ਰੰਗ ਆਪ ਭਰਨੇ ਹੁੰਦੇ ਹਨ। ਜ਼ਿੰਦਗੀ ਦੀ ਦੌੜ ਵਿੱਚ ਸਦਾ ਲਈ ਕੋਈ ਨਹੀਂ ਹਾਰਦਾ। ਜੋ ਸਾਡੀਆਂ ਅੱਖਾਂ ਦਾ, ਸਾਡੀ ਦ੍ਰਿਸ਼ਟੀ ਦਾ ਰੰਗ ਹੁੰਦਾ ਹੈ, ਉਹੀ ਸਾਡੀ ਜ਼ਿੰਦਗੀ ਦਾ ਰੰਗ ਬਣ ਜਾਂਦਾ ਹੈ। ਜੋ ਕੁਝ ਅਸੀਂ ਵੇਖਣਾ ਚਾਹੁੰਦੇ ਹਾਂ, ਸਾਨੂੰ ਉਹੀ ਕੁਝ ਵਿਖਾਈ ਦਿੰਦਾ ਹੈ। ਅਲਜਬਰੇ ਵਾਂਗ ਜ਼ਿੰਦਗੀ ਦੇ ਵੱਡੇ ਵੱਡੇ ਸਵਾਲਾਂ ਦੇ ਜਵਾਬ ਅਕਸਰ ਬੜੇ ਨਿੱਕੇ ਨਿੱਕੇ ਹੁੰਦੇ ਹਨ। ਕਦਮ ਭਾਵੇਂ ਨਿੱਕੇ ਨਿੱਕੇ ਹੀ ਹੋਣ, ਪਰ ਜੇ ਚੱਲਦੇ ਰਹੀਏ ਤਾਂ ਵਿਸ਼ਾਲ ਦੁਨੀਆ ਵੀ ਛੋਟੀ ਪ੍ਰਤੀਤ ਹੋਣ ਲੱਗ ਪਏਗੀ। ਜੇ ਸ਼ੌਕ ਵੱਡੇ ਹੋਣ ਤਾਂ ਜੱਗ ਸੌੜਾ ਪ੍ਰਤੀਤ ਹੋਣ ਲੱਗ ਪੈਂਦਾ ਹੈ। ਇਸੇ ਕਰਕੇ ਕਹਿੰਦੇ ਹਨ ਕਿ ਜਿੰਨੇ ਖੁੱਲ੍ਹਦੇ ਜਾਓਗੇ ਉਨੇ ਖਿੜਦੇ ਜਾਓਗੇ, ਫੈਲਦੇ ਜਾਓਗੇ। ਨਿੱਕੀਆਂ ਨਿੱਕੀਆਂ ਬੂੰਦਾਂ ਜੇ ਅਣਗਿਣਤ ਹੋ ਜਾਣ ਤਾਂ ਸਾਗਰ ਬਣ ਜਾਂਦੀਆਂ ਹਨ। ਜੇ ਰੇਤ ਦੇ ਕਿਣਕੇ ਅਸੰਖ ਹੋ ਜਾਣ ਤਾਂ ਵਿਸ਼ਾਲ ਮਾਰੂਥਲ ਬਣ ਜਾਂਦੇ ਹਨ। ਹਰ ਨਿੱਕੀ ਚੀਜ਼ ਵਿੱਚ ਵੱਡੀਆਂ ਸੰਭਾਵਨਾਵਾਂ ਛੁਪੀਆਂ ਹੁੰਦੀਆਂ ਹਨ। ਜਿਵੇਂ ਹਰ ਬੀਜ ਵਿੱਚ ਇੱਕ ਵਿਸ਼ਾਲ ਜੰਗਲ ਲੁਕਿਆ ਹੁੰਦਾ ਹੈ। ਤੁਹਾਡੀ ਤਨਖਾਹ ਜਾਂ ਆਮਦਨ ਕਿੰਨੀ ਵੀ ਘੱਟ ਕਿਉਂ ਨਾ ਹੋਵੇ, ਤੁਹਾਡਾ ਰੁਤਬਾ ਜਾਂ ਅਹੁਦਾ ਕਿੰਨਾ ਵੀ ਨੀਵਾਂ ਕਿਉਂ ਨਾ ਹੋਵੇ, ਤੁਹਾਡਾ ਜੀਵਨ ਕਿੰਨੀਆਂ ਵੀ ਮੁਸ਼ਕਿਲਾਂ ਵਿੱਚ ਘਿਰਿਆ ਹੋਵੇ, ਦੂਜਿਆਂ ਦਾ ਧਿਆਨ ਰੱਖਣਾ ਆਰੰਭ ਕਰੋ। ਸੂਰਜ ਛੁਪਣ ਤੋਂ ਪਹਿਲਾਂ ਤੁਹਾਨੂੰ ਆਪਣੇ ਅੰਦਰ ਇੱਕ ਸ਼ਕਤੀ ਮਹਿਸੂਸ ਹੋਏਗੀ, ਜਿਸ ਨੂੰ ਕੋਈ ਧਨ ਖਰੀਦ ਨਹੀਂ ਸਕਦਾ, ਜਿਸ ਨੂੰ ਕੋਈ ਚੋਰ ਚੁਰਾ ਨਹੀਂ ਸਕਦਾ। ਧਨ ਜਾਂ ਪੈਸਾ ਹੋਣਾ ਚੰਗੀ ਗੱਲ ਹੈ। ਪੈਸੇ ਨਾਲ ਅਨੇਕਾਂ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਹਨ, ਪਰ ਜ਼ਿੰਦਗੀ ਵਿੱਚ ਬਹੁਤ ਕੁਝ ਅਜਿਹਾ ਹੈ ਜੋ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ। ਪੈਸੇ ਨਾਲ ਸੱਚੀ ਦੋਸਤੀ ਨਹੀਂ ਖਰੀਦੀ ਜਾ ਸਕਦੀ। ਪੈਸੇ ਨਾਲ ਸਵੱਛ ਸੋਚਣੀ ਨਹੀਂ ਖਰੀਦੀ ਜਾ ਸਕਦੀ। ਪੈਸੇ ਨਾਲ ਚੰਗੀ ਸਿਹਤ, ਪ੍ਰਸੰਨ ਬਿਰਤੀ ਅਤੇ ਉਸਾਰੂ ਦ੍ਰਿਸ਼ਟੀਕੋਣ, ਮਨ ਦੀ ਅਮੀਰੀ, ਗਿਆਨ ਦਾ ਸੰਗੀਤ, ਅੰਦਰਲੀ ਸ਼ਾਂਤੀ ਆਦਿ ਨਹੀਂ ਖਰੀਦੇ ਜਾ ਸਕਦੀ। ਜਿਹੜੀਆਂ ਚੀਜ਼ਾਂ ਪੈਸੇ ਨਾਲ ਖਰੀਦੀਆਂ ਜਾ ਸਕਦੀਆਂ ਹਨ, ਉਹਨਾਂ ਦੀ ਸੂਚੀ ਲੰਮੀ ਨਹੀਂ। ਪੈਸੇ ਨਾਲ ਖਰੀਦੀਆਂ ਚੀਜ਼ਾਂ ਸਾਡੇ ਉੱਤੇ ਕਾਬਜ਼ ਹੋ ਜਾਂਦੀਆਂ ਹਨ। ਕਿਸੇ ਨੂੰ ਮਹਿੰਗਾ ਕਾਰਡ ਭੇਜ ਕੇ ਸੁਪਨੇ ਵਿੱਚ ਨਹੀਂ ਬੁਲਾਇਆ ਜਾ ਸਕਦਾ। ਕਿਸੇ ਦੇ ਸੁਪਨਿਆਂ ਵਿੱਚ ਵਸ ਜਾਣ ਵਾਸਤੇ ਵੱਡੇ ਵੱਡੇ ਵਾਅਦਿਆਂ ਦੀ ਲੋੜ ਨਹੀਂ, ਨਿੱਕੀਆਂ ਨਿੱਕੀਆਂ ਸਿਫਤਾਂ ਦੀ ਲੋੜ ਹੈ। ਜਿਹੜੇ ਆਪ ਪ੍ਰਸੰਨ ਹੁੰਦੇ ਹਨ, ਉਹੀ ਦੂਜਿਆਂ ਨੂੰ ਪ੍ਰਸੰਨਤਾ ਦੀ ਜਾਗ ਲਾਉਂਦੇ ਹਨ। ਖੁਸ਼ ਰਹਿਣੇ ਲੋਕਾਂ ਨੂੰ ਅਸੀਂ ਵਧੇਰੇ ਚਿਰ ਅਤੇ ਵਧੇਰੇ ਵਾਰੀ ਯਾਦ ਕਰਦੇ ਹਾਂ। ਅਜਿਹੇ ਲੋਕਾਂ ਦੀ ਵਧੇਰੇ ਉਡੀਕ ਕੀਤੀ ਜਾਂਦੀ ਹੈ। ਮਨੁੱਖ ਪ੍ਰਸੰਨ ਉਦੋਂ ਹੁੰਦਾ ਹੈ ਜਦੋਂ ਕਿਸੇ ਨੂੰ ਪਿਆਰ ਕਰਦਾ ਹੈ, ਅਤੇ ਪਿਆਰ ਦੀ ਸੰਭਾਵਨਾ ਸਾਨੂੰ ਜਵਾਨ ਰੱਖਦੀ ਹੈ, ਜਦੋਂ ਕਿ ਡਰ, ਚਿੰਤਾ ਅਤੇ ਭੈ ਸਾਨੂੰ ਬੁੱਢਾ ਕਰ ਦਿੰਦੇ ਹਨ। ਜਿਹੜੀਆਂ ਬਿਮਾਰੀਆਂ ਅਮੀਰਾਂ ਨੂੰ ਹੁੰਦੀਆਂ ਹਨ, ਉਹ ਗਰੀਬਾਂ ਨੂੰ ਨਹੀਂ ਹੁੰਦੀਆਂ। ਇਹ ਕੁਦਰਤ ਦਾ ਇਨਸਾਫ ਹੈ। ਜ਼ਿੰਦਗੀ ਕਦੇ ਵੀ ਅਸਹਿ ਨਹੀਂ ਹੁੰਦੀ। ਦੁੱਖ ਓਨੇ ਨਹੀਂ ਹੁੰਦੇ ਜਿੰਨੇ ਪ੍ਰਤੀਤ ਹੁੰਦੇ ਹਨ। ਦੂਜਿਆਂ ਦੇ ਸੁੱਖ ਵੀ ਓਨੇ ਨਹੀਂ ਹੁੰਦੇ ਜਿੰਨੇ ਵਿਖਾਈ ਦਿੰਦੇ ਹਨ। ਕੋਈ ਇਹ ਸ਼ਿਕਾਇਤ ਨਹੀਂ ਕਰ ਸਕਦਾ ਕਿ ਉਸ ਨੂੰ ਮਿਹਨਤ ਕਰਨ ਦਾ, ਚੰਗਾ ਬਣਨ ਦਾ, ਆਪਣਾ ਰਾਹ ਆਪ ਬਣਾਉਣ ਦਾ ਅਵਸਰ ਨਹੀਂ ਮਿਲਿਆ। ਸਵੇਰੇ ਸਵੇਰੇ ਪਿੱਠ ਦਰਦ ਦੀਆਂ ਗੱਲਾਂ ਕਰਕੇ ਸਵੇਰ ਦੀ ਬੇਇੱਜ਼ਤੀ ਨਾ ਕਰੋ। ਸਮੁੱਚੀ ਕੁਦਰਤ ਤੁਹਾਨੂੰ ਉਡੀਕ ਰਹੀ ਹੈ, ਪਰ ਆਪਣੀ ਸਵੇਰ ਸ਼ੁਰੂ ਹੀ ਸ਼ਿਕਾਇਤਾਂ ਨਾਲ ਕਰਦੇ ਹੋ ਤਾਂ ਸ਼ਾਮ ਕਿਵੇਂ ਗੁਜ਼ਾਰੋਗੇ? ਤੁਹਾਡੀ ਸਵੇਰ ਦੱਸਦੀ ਹੈ ਕਿ ਤੁਹਾਡੀ ਸ਼ਾਮ ਕਿਹੋ ਜਿਹੀ ਹੋਏਗੀ। ਸਵੇਰੇ ਸੈਰ ਕਰਨ ਨਾਲ ਦ੍ਰਿਸ਼ਟੀਕੋਣ ਉਸਾਰੂ ਨਹੀਂ ਹੋ ਜਾਂਦਾ। ਸੈਰ ਕਰਦੇ ਹੀ ਉਹ ਹਨ ਜਿਨ੍ਹਾਂ ਦਾ ਦ੍ਰਿਸ਼ਟੀਕੋਣ ਉਸਾਰੂ ਹੁੰਦਾ ਹੈ। ਮੇਰੇ ਇੱਕ ਮਿੱਤਰ ਹਨ। ਉਹ ਜਦੋਂ ਵੀ ਸਵੇਰੇ ਸੈਰ ਲਈ ਨਿਕਲਦੇ ਹਨ ਤਾਂ ਉਹਨਾਂ ਦੇ ਕਦਮਾਂ 'ਚ ਅਨੋਖੀ ਲਚਕ ਆ ਜਾਂਦੀ ਹੈ। ਉਹ ਉਤਸ਼ਾਹ ਨਾਲ ਕਿਹਾ ਕਰਦੇ ਹਨ, ਅੱਜ ਕਈ ਨਵੇਂ ਬੰਦੇ ਮਿਲਣਗੇ, ਨਵਾਂ ਸੂਰਜ ਮਿਲੇਗਾ, ਨਵੀਂ ਸਵੇਰ ਹੋਏਗੀ। ਅੱਜ ਦਾ ਸੁਭਾਅ ਸਾਨੂੰ ਨਹੀਂ ਪਤਾ, ਅੱਜ ਕੁਝ ਚੰਗਾ ਚੰਗਾ ਵਾਪਰੇਗਾ। ਉਹਨਾਂ ਲਈ ਸੈਰ ਲਈ ਜਾਣਾ ਇੱਕ ਹੋਰ ਜਿਹੀ ਗੱਲ ਹੈ। ਮੇਰੇ ਇੱਕ ਹੋਰ ਜਾਣੂ ਹਨ। ਬਹੁਤ ਅਰਸਾ ਪਹਿਲਾਂ ਉਹਨਾਂ ਨੂੰ ਸੈਰ ਦੇ ਪਹਿਲੇ ਹੀ ਦਿਨ 10 ਦਾ ਨੋਟ ਲੱਭ ਪਿਆ ਸੀ। ਉਸ ਦਿਨ ਤੋਂ ਹੀ ਉਹਨਾਂ ਦੀ ਨਜ਼ਰ ਝੁਕੀ ਹੋਈ ਹੈ। ਪਿਛਲੇ 20 ਵਰ੍ਹਿਆਂ ਵਿੱਚ ਉਹਨਾਂ ਨੂੰ ਹੋਰ ਵੀ ਬੜਾ ਕੁਝ ਲੱਭਿਆ ਹੈ। ਜਿਵੇਂ 18,000 ਬਟਨ ਲੱਭੇ ਹਨ, 15,000 ਮੇਖਾਂ ਲੱਭੀਆਂ ਹਨ, ਪਰ ਉਹਨਾਂ ਨੂੰ ਕੋਈ ਚੜ੍ਹਦਾ ਸੂਰਜ ਨਹੀਂ ਲੱਭਿਆ, ਫੁੱਲਾਂ ਦੇ ਰੰਗ ਨਹੀਂ ਲੱਭੇ। ਥੱਲੇ ਵੇਖਦੇ ਰਹਿਣ ਕਾਰਨ ਉਹਨਾਂ ਨੂੰ ਕਦੇ ਠੇਡਾ ਨਹੀਂ ਲੱਗਿਆ। ਉਹ ਕਦੇ ਡਿੱਗੇ ਨਹੀਂ, ਪਰ ਉਹਨਾਂ ਦੀ ਸ਼ਖਸੀਅਤ ਅਜਿਹੀ ਹੋ ਗਈ ਹੈ ਕਿ ਉਹਨਾਂ ਨੂੰ ਵੇਖ ਕੇ ਲੋਕ ਬਹਿ ਜਾਂਦੇ ਹਨ।
ਉਹ ਜ਼ਿੰਦਗੀ ਦਾ ਕੇਵਲ ਹਨੇਰਾ ਪੱਖ ਵੇਖਦੇ ਹਨ। ਚਾਨਣਾ ਪੱਖ ਵੇਖਣਾ ਉਹਨਾਂ ਦੀ ਸਮਰੱਥਾ ਤੋਂ ਬਾਹਰ ਹੋ ਗਿਆ। ਤਜਰਬਾ ਕਰ ਵੇਖੋ। ਇੱਕ ਗਮਲਾ ਆਪਣੇ ਕਮਰੇ ਦੀ ਬਾਰੀ ਵਿੱਚ ਰੱਖ ਵੇਖੋ। ਫੁੱਲ ਨੂੰ ਅੰਦਰਲੇ ਪਾਸੇ ਘੁਮਾ ਵੇਖੋ। ਅਗਲੀ ਸਵੇਰ ਨੂੰ ਜਦੋਂ ਸੂਰਜ ਨਿਕਲੇਗਾ ਤਾਂ ਫੁੱਲ ਬਾਹਰ ਵੱਲ ਝੁਕਿਆ ਹੋਏਗਾ। ਫੁੱਲ ਨੂੰ, ਬਨਸਪਤੀ ਨੂੰ ਚਾਨਣ ਨਾਲ ਮੋਹ ਹੈ। ਇਸੇ ਲਈ ਫਲ ਬੂਟੇ ਜ਼ਿੰਦਗੀ ਦੇ ਚਾਨਣੇ ਪੱਖ ਦਾ ਪ੍ਰਤੀਕ ਹਨ। ਪਿੱਛੇ ਜੇ ਮੇਰੇ ਘਰ ਦੇ ਵਰਾਂਡੇ 'ਚ ਇੱਕ ਬਿੱਲੀ ਇੱਕ ਘੁੱਗੀ ਉੱਤੇ ਝਪਟ ਪਈ ਤੇ ਉਹਦੀ ਇੱਕ ਲੱਤ ਤੋੜ ਗਈ। ਸਾਰੀ ਰਾਤ ਮੈਂ ਉਸ ਘੁੱਗੀ ਬਾਰੇ ਚਿੰਤਾ ਕਰਦਾ ਰਿਹਾ, ਪਰ ਜਦੋਂ ਸਵੇਰ ਹੋਈ ਤਾਂ ਉਸ ਨਿੱਕੇ ਜਿਹੇ ਪੰਛੀ ਨੇ ਆਪਣੀ ਇੱਕ ਲੱਤ ਨਾਲ ਹੀ ਆਪਣੇ ਆਪ ਨੂੰ ਸੰਭਾਲਣਾ ਸਿੱਖ ਲਿਆ ਸੀ ਤੇ ਰੋਜ਼ ਵਾਂਗ ਚਹਿਕ ਰਿਹਾ ਸੀ। ਉਸ ਦੀ ਇਸ ਅਦਾ 'ਤੇ ਮੇਰਾ ਸਾਰਾ ਪਰਿਵਾਰ ਉਸ ਨੂੰ ਸਲਾਮ ਕਹਿ ਰਿਹਾ ਸੀ। ਇਹ ਪੰਛੀ ਸਾਨੂੰ ਮਹਾਨਤਾ ਦਾ ਅਰਥ ਸਮਝਾ ਗਿਆ। ਪੈਰਿਸ ਵਿੱਚ ਇੱਕ ਸੰਗੀਤ ਘਰ ਵਿੱਚ ਬੈਠਾ ਸਾਂ। ਜਵਾਨੀ ਦੀ ਦਹਿਲੀਜ਼ ਉੱਤੇ ਕਦਮ ਰੱਖ ਰਹੀ ਇੱਕ ਮੁਟਿਆਰ ਵਾਇਲਨ ਵਜਾਉਣ ਲਈ ਉੱਠੀ ਤੇ ਅਚਾਨਕ ਉਸ ਦੀ ਵਾਇਲਨ ਦੀ ਇੱਕ ਤਾਰ ਟੁੱਟ ਗਈ। ਉਹ ਘਬਰਾਈ ਨਹੀਂ, ਥਿੜਕੀ ਨਹੀਂ, ਰੁਕੀ ਨਹੀਂ, ਝਿਜਕੀ ਨਹੀਂ। ਉਹਨੇ ਰਾਗ ਬਦਲ ਲਿਆ, ਪਰ ਵਾਇਲਨ ਵਜਾਉਂਦੀ ਰਹੀ। ਸੁਣਨ ਵਾਲੇ ਸੰਗੀਤ ਹੀ ਨਹੀਂ ਸਨ ਸੁਣ ਰਹੇ, ਉਹ ਸਵੈ ਵਿਸ਼ਵਾਸ ਦਾ ਜਲਵਾ ਵੀ ਵੇਖ ਰਹੇ ਸਨ। ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਿੱਤ ਦਾ ਜਲੂਸ ਲੰਘ ਰਿਹਾ ਸੀ। ਇਹ ਦ੍ਰਿਸ਼ ਭਾਵੇਂ ਸਧਾਰਨ ਜਿਹੀ ਗੱਲ ਸੀ, ਪਰ ਇਹ ਮਹਾਨਤਾ ਦਾ ਬਾਲ ਉਪਦੇਸ਼ ਸੀ। ਕਿਸੇ ਦੇ ਘਰ ਠਹਿਰਿਆ ਹੋਇਆ ਸਾਂ। ਘਰ ਦੀ ਸੁਆਣੀ ਨੇ ਕੱਪੜਿਆਂ ਦੀ ਪੰਡ ਧੋਤੀ ਤੇ ਜਿਸ ਰੱਸੀ ਉੱਤੇ ਕੱਪੜੇ ਪਾਏ ਉਹ ਰੱਸੀ ਟੁੱਟ ਗਈ ਤੇ ਕੱਪੜਿਆਂ ਨੂੰ ਮਿੱਟੀ ਲੱਗ ਗਈ। ਉਸਨੇ ਸਾਰੇ ਕੱਪੜੇ ਫੇਰ ਪਾਣੀ 'ਚੋਂ ਕੱਢੇ, ਨਿਚੋੜੇ ਤੇ ਘਾਹ 'ਤੇ ਸੁੱਕਣੇ ਪਾ ਦਿੱਤੇ। ਸਵੇਰੇ ਜਦੋਂ ਜਾਗੀ ਤਾਂ ਵੇਖਿਆ ਕਿ ਉਹਨਾਂ ਦਾ ਕੁੱਤਾ ਆਪਣੇ ਲਿਬੜੇ ਪੈਰਾਂ ਨਾਲ ਉਹਨਾਂ ਉੱਤੋਂ ਲੰਘ ਗਿਆ ਸੀ। ਉਹਨੇ ਇੰਨਾ ਹੀ ਕਿਹਾ, ਕੁੱਤੇ ਨੂੰ ਤਾਂ ਚਿੱਤਰਕਾਰ ਹੋਣਾ ਚਾਹੀਦਾ ਸੀ, ਤੇ ਫਿਰ ਉਸਨੇ ਬਿਨਾਂ ਗੁੱਸਾ ਕੀਤਿਆਂ ਸਾਰੇ ਕੱਪੜੇ ਮੁੜ ਧੋਤੇ। ਜਿਨ੍ਹਾਂ ਨੇ ਕਦੇ ਸਰਦੀਆਂ ਵਿੱਚ ਪੰਡ ਕੱਪੜਿਆਂ ਦੀ ਧੋਤੀ ਹੈ, ਉਹ ਇਸਤਰੀਆਂ ਜਾਣਦੀਆਂ ਹਨ ਕਿ ਇਹ ਸਭ ਕੁਝ ਸਹਿਣਾ ਕਿੰਨਾ ਕਠਿਨ ਹੈ। ਉਹ ਇਸਤਰੀ ਮਹਾਨਤਾ ਵਿੱਚ ਛੁਪੇ ਸਬਰ, ਸੰਤੋਖ, ਧੀਰਜ ਤੇ ਸਹਿਣਸ਼ੀਲਤਾ ਦੇ ਅਰਥ ਸਮਝਾ ਗਈ। ਬਹੁਤ ਅਰਸਾ ਪਹਿਲਾਂ ਇੱਕ ਬੱਸ ਅੱਡੇ ਉੱਤੇ ਮੈਂ ਦੋਵੇਂ ਲੱਤਾਂ ਤੋਂ ਅਪੰਗ ਇੱਕ ਵਿਅਕਤੀ ਵੇਖਿਆ ਸੀ, ਜਿਹੜਾ ਪੱਖੀਆਂ ਵੇਚ ਰਿਹਾ ਸੀ। ਕਿਸੇ ਨੇ ਉਸ ਨੂੰ ਵੇਖ ਕੇ ਵਿਚਾਰਾ ਕਿਹਾ, ਪਰ ਉਸਨੇ ਚਮਕੀਲੀਆਂ ਅੱਖਾਂ ਨਾਲ ਤੇ ਡੁੱਲਦੇ ਭਰੋਸੇ ਨਾਲ ਕਿਹਾ ਸੀ, ਵਿਚਾਰਾ? ਮੈਂ ਵਿਚਾਰਾ ਨਹੀਂ, ਮੈਂ ਕਿਸਮਤ ਵਾਲਾ, ਕਿਉਂਕਿ ਮੇਰੇ ਸੰਪਰਕ ਵਿੱਚ ਕੇਵਲ ਮਿਹਰਬਾਨ ਮਨੁੱਖ ਹੀ ਆਉਂਦੇ ਹਨ। ਉਹ ਮਨੁੱਖ ਨਹੀਂ ਸੀ, ਉਹ ਸਵੈ ਭਰੋਸੇ ਦਾ ਚੜ੍ਹਦਾ ਸੂਰਜ ਸੀ। ਕਾਲਜ ਅਧਿਆਪਕ ਵਜੋਂ ਆਪਣੀ ਨੌਕਰੀ ਦੇ ਮੁੱਢਲੇ ਸਾਲਾਂ 'ਚ ਮੈਨੂੰ ਇੱਕ ਛੋਟੇ ਜਿਹੇ ਪਰ ਵੱਡੇ ਦਿਲ ਵਾਲੇ ਸ਼ਹਿਰ ਵਿੱਚ ਰਹਿਣ ਦਾ ਅਵਸਰ ਮਿਲਿਆ। ਇਸੇ ਸ਼ਹਿਰ ਨੇ ਮੇਰੀਆਂ ਅੱਖਾਂ ਵਿੱਚ ਸੁਪਨੇ ਲਟਕਾਏ ਸਨ। ਉੱਥੇ ਰਾਤ ਵੇਲੇ ਕਿਸੇ ਦੇ ਬੰਸਰੀ ਵਜਾਉਣ ਦੀ ਆਵਾਜ਼ ਆਇਆ ਕਰਦੀ ਸੀ। ਉਸ ਬੰਸਰੀ ਵਿੱਚ ਕਿਸੇ ਕੋਇਲ ਦੀ ਰੂਹ ਵਸਦੀ ਸੀ। ਰਾਤ ਦੇ ਸੰਨਾਟੇ ਵਿੱਚ ਉਸ ਆਵਾਜ਼ ਵਿੱਚ ਉਬਲਦਿਆਂ ਨੂੰ ਠਾਰਨ ਦੀ, ਰਵਾਨਾ ਹੋ ਚੁੱਕਿਆਂ ਨੂੰ ਵਾਪਸ ਲਿਆਉਣ ਦੀ, ਗੁਆਚਿਆਂ ਨੂੰ ਲੱਭ ਲਿਆਉਣ ਦੀ ਤਾਕਤ ਸੀ। ਆਸ-ਪਾਸ ਤੋਂ ਪੁੱਛਣ 'ਤੇ ਪਤਾ ਲੱਗਾ ਕਿ ਬੰਸਰੀ ਵਜਾਉਣ ਵਾਲਾ ਉਸ ਮੁਹੱਲੇ ਦਾ ਚੌਕੀਦਾਰ ਸੀ। ਜਦੋਂ ਮਹੀਨੇ ਮਗਰੋਂ ਚੌਕੀਦਾਰ ਮਹੀਨਾ ਉਗਰਾਉਣ ਆਇਆ ਤਾਂ ਉਹਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਉਹਦੇ ਚਿਹਰੇ ਉੱਤੇ ਸੰਤੁਸ਼ਟਤਾ ਦਾ ਸੋਝ ਸੀ। ਉਹਦੇ ਵਿਹਾਰ ਵਿੱਚ ਇੱਕ ਨਿਰਛਲ ਤੇ ਨਿਰਮਲ ਅਮੀਰੀ ਸੀ। ਉਸ ਤੋਂ ਪਹਿਲਾਂ ਮੈਂ ਕਦੇ ਇੰਨਾ ਟਿਕਿਆ ਹੋਇਆ ਮਨ ਨਹੀਂ ਸੀ ਵੇਖਿਆ। ਕੁਝ ਲੋਕਾਂ ਦੇ ਚਿਹਰਿਆਂ ਉੱਤੇ ਮੈਂ ਰੌਸ਼ਨੀ ਵੇਖੀ ਸੀ, ਪਰ ਉਹਦੇ ਚਿਹਰੇ ਉੱਤੇ ਨੂਰ ਸੀ। ਉਸਨੂੰ ਸਾਰਾ ਮੁਹੱਲਾ ਪਿਆਰ ਕਰਦਾ ਸੀ। ਉਸ ਦਾ ਜਾਦੂ ਪ੍ਰਭਾਵ ਇੰਨਾ ਸੀ ਕਿ ਅਸੀਂ ਸ਼ਾਮ ਪੈਂਦਿਆਂ ਹੀ ਰਾਤ ਉਡੀਕਣ ਲੱਗ ਪੈਂਦੇ ਸਾਂ। ਉੱਥੇ ਮੈਂ 4 ਵਰ੍ਹੇ ਰਿਹਾ ਤੇ ਉੱਥੋਂ ਆਇਆਂ ਨੂੰ ਵੀ ਭਾਵੇਂ 20 ਵਰ੍ਹੇ ਹੋ ਗਏ ਹਨ, ਪਰ ਉਹਦੀ ਬੰਸਰੀ ਦੀ ਆਵਾਜ਼ ਆਪਣੇ ਚੇਤੇ ਦੀਆਂ ਗਲੀਆਂ ਵਿੱਚ ਅਜੇ ਵੀ ਗੂੰਜਦੀ ਸੁਣਾਈ ਦਿੰਦੀ ਹੈ। ਕਈ ਲੋਕ ਇੰਨੇ ਅਮੀਰ ਹੁੰਦੇ ਹਨ ਕਿ ਉਹ ਆਪਣੇ ਨਿੱਕੇ ਜਿਹੇ ਸਾਜ਼ ਨਾਲ ਵੀ ਕਿੰਨਾ ਕਮਾਲ ਕਰ ਜਾਂਦੇ ਹਨ। ਮੈਨੂੰ ਇੰਝ ਲੱਗਦਾ ਜਿਵੇਂ ਮਹਾਰਾਜ ਕ੍ਰਿਸ਼ਨ ਨੇ ਉਸ ਨੂੰ ਆਪਣੀ ਬੰਸਰੀ ਦਿੱਤੀ ਹੋਈ ਸੀ। ਕਈ ਵਾਰੀ ਇਹ ਖਿਆਲ ਵੀ ਆਉਂਦਾ ਕਿ ਸ਼ਾਇਦ ਉਹ ਮਹਾਰਾਜ ਕ੍ਰਿਸ਼ਨ ਹੀ ਸੀ। ਜਿਹੜੇ ਮਹਾਨ ਹੁੰਦੇ ਹਨ ਉਹ ਸਧਾਰਨ, ਸਾਦ-ਮੁਰਾਦੇ, ਸਾਊ ਤੇ ਸਰਲ ਸੁਭਾਅ ਦੇ ਮਾਲਕ ਹੁੰਦੇ ਹਨ। ਸੁਕਰਾਤ ਨਿਰਸੰਦੇਹ ਸਧਾਰਨ ਮਨੁੱਖ ਦਾ ਉੱਚਤਮ ਨਮੂਨਾ ਸੀ। ਈਸਾ ਮਸੀਹ ਨੇ ਸੂਲੀ ਜਿਹੀ ਕੋਝੀ ਚੀਜ਼ ਨੂੰ ਪਵਿੱਤਰ ਬਣਾ ਦਿੱਤਾ ਕਿ ਇਸ ਚਿੰਨ੍ਹ ਦੀ ਅੱਜ ਸੰਸਾਰ ਭਰ 'ਚ ਪੂਜਾ ਹੁੰਦੀ ਹੈ। ਸੰਸਾਰ ਵਿੱਚ ਜਿੰਨੇ ਵੀ ਮਹਾਨ ਵਿਅਕਤੀ ਹੋਏ ਹਨ, ਉਹਨਾਂ ਵਿੱਚ ਇਹ ਗੱਲ ਸਾਂਝੀ ਹੈ ਕਿ ਉਹਨਾਂ ਦੇ ਰਾਹ ਵਿੱਚ ਅਣਗਿਣਤ ਔਕੜਾਂ ਸਨ,
ਪਰ ਉਹਨਾਂ ਦਾ ਆਪਣੇ ਆਪ ਵਿੱਚ ਭਰੋਸਾ ਸੀ। ਜਿਨ੍ਹਾਂ ਦਾ ਆਪਣੇ ਆਪ ਵਿੱਚ ਭਰੋਸਾ ਹੁੰਦਾ ਹੈ, ਉਹ ਆਪਣੀਆਂ ਅਸਫਲਤਾਵਾਂ ਦੀ ਢੇਰੀ ਉੱਤੇ ਉੱਚੇ ਹੋ ਕੇ ਖਲੋ ਜਾਂਦੇ ਹਨ ਅਤੇ ਉਹਨਾਂ ਨੂੰ ਦਿਸਣ ਵਾਲਾ ਅੰਬਰ ਹੋਰ ਵਿਸ਼ਾਲ ਹੋ ਜਾਂਦਾ ਹੈ। ਉਹ ਆਸ਼ਾਵਾਦੀ ਸਨ। ਆਸ਼ਾਵਾਦੀ ਉਸ ਵਿਅਕਤੀ ਨੂੰ ਕਹਿੰਦੇ ਹਨ ਜਿਹੜਾ ਆਲੇ ਦੁਆਲੇ ਨੂੰ ਭਰਮੀ ਨਜ਼ਰ ਨਾਲ ਵੇਖ ਕੇ ਆਪਣੇ ਨਿਗੂਣੇਪਣ ਦੇ ਬਾਵਜੂਦ ਅੰਤਾਂ ਦੇ ਵਿਸ਼ਵਾਸ ਦਾ ਪ੍ਰਗਟਾਵਾ ਕਰੇ। ਇਹ ਪ੍ਰਗਟਾਵਾ ਕੁਝ ਕਰਨ ਨਾਲ ਹੀ ਆਉਂਦਾ ਹੈ। ਸਫਲ ਹੋਣ ਲਈ ਜਿੰਨੇ ਗਿਆਨ ਦੀ ਸਾਨੂੰ ਲੋੜ ਹੈ, ਉਨਾ ਗਿਆਨ ਸਾਡੇ ਸਾਰਿਆਂ ਕੋਲ ਹੈ, ਪਰ ਕਿਉਂਕਿ ਅਸੀਂ ਉਸ ਗਿਆਨ ਨੂੰ ਪ੍ਰੇਰਨਾ ਅਤੇ ਅਮਲ 'ਚ ਨਹੀਂ ਲਿਆਉਂਦੇ, ਇਸ ਲਈ ਸਾਨੂੰ ਗਿਆਨ ਦੀ ਘਾਟ ਮਹਿਸੂਸ ਹੁੰਦੀ ਹੈ। ਘਾਟ ਗਿਆਨ ਦੀ ਨਹੀਂ, ਘਾਟ ਅਮਲ ਦੀ ਹੈ। ਇੱਕ ਵਾਰੀ ਬੈਂਕ ਵਾਸਤੇ ਅਫਸਰਾਂ ਦੀ ਭਰਤੀ ਲਈ ਇੰਟਰਵਿਊ ਹੋ ਰਹੀ ਸੀ। ਇੱਕ ਉਮੀਦਵਾਰ ਨੂੰ ਜਦੋਂ ਉਹਦੀਆਂ ਪ੍ਰਾਪਤੀਆਂ ਬਾਰੇ ਪੁੱਛਿਆ ਗਿਆ ਤਾਂ ਉਹਨੇ ਕਿਹਾ ਕਿ ਉਹਨੇ ਕਦੇ ਬੇਈਮਾਨੀ ਨਹੀਂ ਕੀਤੀ, ਕਦੇ ਛਲ ਨਹੀਂ ਕੀਤਾ, ਕਦੇ ਝੂਠ ਨਹੀਂ ਬੋਲਿਆ, ਕਿਸੇ ਨਾਲ ਝਗੜਾ ਨਹੀਂ ਕੀਤਾ। ਇੰਟਰਵਿਊ ਲੈਣ ਵਾਲਿਆਂ ਨੇ ਕਿਹਾ, ਸਾਨੂੰ ਇਹ ਨਾ ਦੱਸੋ ਕਿ ਤੁਸੀਂ ਕੀ ਕੀ ਨਹੀਂ ਕੀਤਾ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਕੀਤਾ ਕੀ ਕੀ ਹੈ। ਇਵੇਂ ਹੀ ਇੱਕ ਹੋਰ ਉਮੀਦਵਾਰ ਨੂੰ ਉਸਦੀ ਵਾਧੂ ਯੋਗਤਾ ਜਾਣਨ ਲਈ ਪੁੱਛਿਆ ਗਿਆ, ਕੀ ਤੁਹਾਨੂੰ ਗਾਉਣਾ ਆਉਂਦਾ? ਉੱਤਰ ਮਿਲਿਆ, ਮੈਨੂੰ ਨੱਚਣਾ ਵੀ ਆਉਂਦਾ ਹੈ। ਵੱਡੀਆਂ ਵੱਡੀਆਂ ਗੱਲਾਂ ਸਾਨੂੰ ਨੇੜਿਓਂ ਪ੍ਰਭਾਵਿਤ ਨਹੀਂ ਕਰਦੀਆਂ। ਜਿਹੜੀਆਂ ਗੱਲਾਂ ਸਾਨੂੰ ਪ੍ਰਸੰਨ ਕਰਦੀਆਂ ਹਨ, ਉਹਨਾਂ ਗੱਲਾਂ ਬਾਰੇ ਅਕਸਰ ਸਹਿਮਤੀ ਹੁੰਦੀ ਹੈ। ਵਾਦ ਵਿਵਾਦ ਸਦਾ ਨਿਗੂਣੀਆਂ ਗੱਲਾਂ ਬਾਰੇ ਹੁੰਦੇ ਹਨ। ਜੇ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਵੱਲ ਧਿਆਨ ਦੇਈਏ ਤਾਂ ਵੱਡੀਆਂ ਗੱਲਾਂ ਆਪੇ ਹੱਲ ਹੋ ਜਾਣਗੀਆਂ। ਸੰਸਾਰ ਬਹੁਤ ਵੱਡਾ ਹੈ, ਇਸ ਦੀ ਚਿੰਤਾ ਕਰਨ ਦੀ ਲੋੜ ਨਹੀਂ। ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੀ ਚਿੰਤਾ ਕਰੀਏ ਕਿ ਕੀ ਸਾਡੇ ਵਿੱਚ ਸੁਧਾਰ ਅਤੇ ਵਿਕਾਸ ਵਾਪਰ ਰਹੇ ਹਨ ਕਿ ਨਹੀਂ, ਕੀ ਸਾਡੇ ਘਰ ਦੇ ਆਲੇ ਦੁਆਲੇ ਸਫਾਈ ਹੈ ਕਿ ਨਹੀਂ। ਸੰਸਾਰ ਆਪਣੀ ਚਿੰਤਾ ਆਪ ਕਰ ਲਏਗਾ, ਤੁਸੀਂ ਆਪਣੀ ਚਿੰਤਾ ਹੀ ਕਰ ਲਓ। ਕਿਸੇ ਨੇ ਪੁੱਛਿਆ, ਮੈਂ ਕੀ ਕਰਾਂ? ਮੈਂ ਸਾਰੇ ਸੰਸਾਰ ਨੂੰ ਬਦਲ ਦੇਣਾ ਚਾਹੁੰਦਾ। ਉੱਤਰ ਮਿਲਿਆ, ਜੋ ਕੰਮ ਤੁਹਾਡੇ ਹੱਥ ਵਿੱਚ ਹੈ ਅਤੇ ਜਿਸ ਨੂੰ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ, ਪਹਿਲਾਂ ਉਹ ਕਰ ਲਓ। ਲੋੜ ਜ਼ਿੰਦਗੀ ਨੂੰ ਆਮੋ ਸਾਹਮਣੇ ਹੋ ਕੇ ਮਿਲਣ ਦੀ ਹੈ, ਪਰ ਜਿਸ ਨੂੰ ਵੀ ਵੇਖੋ ਆਪਣੇ ਹੀ ਪਿੱਛੇ ਛੁਪਿਆ ਹੋਇਆ। ਕਿਸੇ ਨੇ ਕਿਹਾ, ਮੈਂ ਆਜ਼ਾਦ ਹੋਣਾ ਚਾਹੁੰਦਾ। ਉੱਤਰ ਮਿਲਿਆ, ਆਜ਼ਾਦੀ ਇੱਕ ਭਰਮ ਹੈ, ਜ਼ਿੰਮੇਵਾਰੀ ਇੱਕ ਹਕੀਕਤ ਹੈ। ਜਿੰਨੇ ਜ਼ਿੰਮੇਵਾਰ ਹੁੰਦੇ ਜਾਓਗੇ, ਉਨੇ ਆਜ਼ਾਦ ਅਤੇ ਖੁਸ਼ਹਾਲ ਹੁੰਦੇ ਜਾਓਗੇ। ਸੰਸਾਰ ਵਿੱਚ ਕੋਈ ਕੌਮ, ਕੋਈ ਸਮਾਜ, ਕੋਈ ਵਿਅਕਤੀ ਆਦਿ ਅਜਿਹਾ ਨਹੀਂ ਜਿਹੜਾ ਖੁਸ਼ਹਾਲ ਹੋਵੇ ਪਰ ਜ਼ਿੰਮੇਵਾਰ ਨਾ ਹੋਵੇ, ਅਤੇ ਜ਼ਿੰਮੇਵਾਰ ਹੋਵੇ ਅਤੇ ਆਜ਼ਾਦ ਨਾ ਹੋਵੇ। ਜ਼ਿੰਮੇਵਾਰੀ ਆਜ਼ਾਦੀ ਦਾ ਪਹਿਲਾ ਨੇਮ ਹੈ। ਜੀਵਨ ਦੀ ਹਰ ਖੇਡ ਨੇਮਾਂ 'ਚ ਬੱਝੀ ਹੋਈ ਹੈ। ਇਹਨਾਂ ਨੇਮਾਂ ਤੋਂ ਬਿਨਾਂ ਉਸ ਖੇਡ ਨੂੰ ਖੇਡਿਆ ਨਹੀਂ ਜਾ ਸਕਦਾ। ਨੇਮਾਂ ਦਾ ਪਾਲਣ ਕਰਨ ਵਾਲੀ ਟੀਮ ਨੂੰ ਹੀ ਜੇਤੂ ਕਰਾਰ ਦਿੱਤਾ ਜਾਂਦਾ ਹੈ। ਦੰਪਤੀ ਜੀਵਨ ਦੇ ਵੀ ਨੇਮ ਹਨ। ਇਹਨਾਂ ਨੇਮਾਂ ਨੂੰ ਪਾਲਣ ਵਾਲੇ ਸਾਡੇ ਵਿੱਚ ਨਾ ਕੇਵਲ ਸਵੈ ਭਰੋਸਾ ਉਪਜਦਾ ਹੈ, ਸਗੋਂ ਅਸੀਂ ਦੂਜਿਆਂ ਵਿੱਚ ਉਤਸ਼ਾਹ ਉਪਜਾਉਣ ਦੇ ਯੋਗ ਵੀ ਹੋ ਜਾਂਦੇ ਹਾਂ। ਜਿਹੜੇ ਇਹਨਾਂ ਨੇਮਾਂ ਦੀ ਉਲੰਘਣਾ ਕਰਦੇ ਹਨ, ਉਹ ਅਕਸਰ ਆਪਣੀਆਂ ਸ਼ਰਤਾਂ ਦੀ ਦੁਹਾਈ ਦਿੰਦੇ ਹਨ। ਜੇਕਰ ਕੋਈ ਕਹੇ ਕਿ ਮੈਂ ਨੇਮਾਂ ਦੀ ਪਾਲਣਾ ਕਰਨ ਦੀ ਬਜਾਏ ਆਪਣੀਆਂ ਸ਼ਰਤਾਂ 'ਤੇ ਜ਼ਿੰਦਗੀ ਜੀਵਾਂਗਾ, ਆਪਣੀਆਂ ਸ਼ਰਤਾਂ 'ਤੇ ਪਿਆਰ ਕਰਾਂਗਾ, ਮੈਂ ਆਪਣੀਆਂ ਸ਼ਰਤਾਂ 'ਤੇ ਹੀ ਰਿਸ਼ਤਾ ਉਸਾਰਾਂਗਾ, ਇਹ ਸਭ ਕੁਝ ਕਹਿਣਾ ਇਵੇਂ ਹੀ ਹੈ ਜਿਵੇਂ ਕੋਈ ਕਹੇ ਕਿ ਮੈਂ ਆਪਣੀਆਂ ਸ਼ਰਤਾਂ 'ਤੇ ਮੀਂਹ ਪੈਣ ਦੇਵਾਂਗਾ, ਰਾਤ ਮੇਰੀਆਂ ਸ਼ਰਤਾਂ 'ਤੇ ਪਏਗੀ। ਇਹ ਸ਼ਰਤਾਂ ਦਾ ਭੁਲੇਖਾ ਹੀ ਤਲਾਕਾਂ ਅਤੇ ਤੋੜ ਵਿਛੋੜਿਆਂ 'ਚ ਪ੍ਰਗਟ ਹੋ ਰਿਹਾ ਹੈ। ਇਹ ਸ਼ਰਤਾਂ ਹੀ ਘਰਾਂ ਨੂੰ ਅਖਾੜਿਆਂ 'ਚ ਬਦਲ ਰਹੀਆਂ ਹਨ। ਜੀਵਨ ਇੰਨਾ ਗੁੰਝਲਦਾਰ ਹੋ ਗਿਆ ਕਿ ਕੋਈ ਵਿਅਕਤੀ ਇਕੱਲਿਆਂ ਜੀਵਨ ਦਾ ਬੋਝ ਨਹੀਂ ਚੁੱਕ ਸਕਦਾ। ਉਸ ਨੂੰ ਦੂਜਿਆਂ ਦੇ ਸਾਥ ਦੀ, ਸਹਿਯੋਗ ਦੀ ਅਤੇ ਸਹਾਰੇ ਦੀ ਲੋੜ ਹੈ। ਸਾਨੂੰ ਉਹਨਾਂ ਦੀ ਲੋੜ ਹੈ ਜਿਹੜੇ ਸਾਡੀਆਂ ਗਲਤੀਆਂ ਮੁਆਫ਼ ਕਰ ਸਕਣ, ਭਟਕ ਜਾਣ ਉੱਤੇ ਜਿਹੜੇ ਸਾਨੂੰ ਵਾਪਸ ਸਵੀਕਾਰ ਕਰ ਸਕਣ ਅਤੇ ਜਿਹੜੇ ਸਾਡਾ ਗੁਆਚਿਆ ਸਵੈ ਵਿਸ਼ਵਾਸ ਸਾਨੂੰ ਪਰਤਾ ਸਕਣ। ਵੇਖਿਆ ਗਿਆ ਕਿ ਕੇਵਲ ਅਸੀਂ ਆਪਣੀ ਮੈਂ ਦੇ ਪੱਖ ਵਿੱਚ ਹੁੰਦੇ ਹਾਂ, ਜਦੋਂ ਕਿ ਸਾਰਾ ਸੰਸਾਰ ਸਾਡੀ ਮੈਂ ਦੇ ਵਿਰੁੱਧ ਹੁੰਦਾ ਹੈ। ਆਪਣੀ ਮੈਂ ਕਾਰਨ ਹੀ ਅਸੀਂ ਆਪਣੇ ਆਪ ਨੂੰ ਸੰਸਾਰ ਦਾ ਕੇਂਦਰ ਮਿੱਥ ਲੈਂਦੇ ਹਾਂ ਅਤੇ ਅਸੀਂ ਭੁੱਲ ਜਾਂਦੇ ਹਾਂ ਕਿ ਜਦੋਂ ਅਸੀਂ ਨਹੀਂ ਸੀ, ਸੰਸਾਰ ਉਦੋਂ ਵੀ ਸੀ, ਅਤੇ ਜਦੋਂ ਅਸੀਂ ਨਹੀਂ ਹੋਵਾਂਗੇ, ਸੰਸਾਰ ਉਦੋਂ ਵੀ ਹੋਏਗਾ ਅਤੇ ਹੁਣ ਨਾਲੋਂ ਚੰਗੇਰਾ ਹੀ ਹੋਏਗਾ। ਲੋੜ ਇਸ ਗੱਲ ਦੀ ਹੈ ਕਿ ਅਸੀਂ ਦੂਜਿਆਂ ਦੇ ਅਧੂਰੇਪਣ ਨੂੰ ਖਿੜੇ ਮੱਥੇ ਸਵੀਕਾਰ ਕਰੀਏ। ਜੇ ਤੁਸੀਂ ਸੰਪੂਰਨਤਾ ਦੀ ਅਭਿਲਾਸ਼ਾ ਤਿਆਗ ਦਿਓਗੇ ਤਾਂ ਤੁਹਾਨੂੰ ਦੂਜਿਆਂ ਦਾ ਅਧੂਰਾਪਣ ਵੀ ਦਿਸਣਾ ਬੰਦ ਹੋ ਜਾਏਗਾ। ਸਾਡੀ ਸਭ ਦੀ ਸੋਚ ਵੱਖਰੀ ਵੱਖਰੀ ਹੈ। ਇਸ ਵੱਖਰੇਵੇਂ ਕਾਰਨ ਹੀ ਸੰਸਾਰ ਵਿੱਚ ਰੌਣਕ ਹੈ। ਸੰਸਾਰ ਵਿੱਚ ਵੰਨ ਸੁਵੰਨਤਾ ਦਾ ਕਾਰਨ ਇਹੋ ਵੱਖਰੇਵਾਂ ਹੀ ਹੈ।
ਅਸੀਂ ਇਹ ਸੋਚ ਕੇ ਦੁਖੀ ਹੁੰਦੇ ਹਾਂ ਕਿ ਦੂਜੇ ਸਾਡੇ ਵਾਂਗ ਕਿਉਂ ਨਹੀਂ ਸੋਚਦੇ, ਪਰ ਇਹ ਵੀ ਤਾਂ ਅਸਲੀਅਤ ਹੈ ਕਿ ਅਸੀਂ ਵੀ ਤਾਂ ਦੂਜਿਆਂ ਵਾਂਗ ਨਹੀਂ ਸੋਚਦੇ। ਸਾਡੀ ਸੋਚ ਵੱਖਰੀ ਵੱਖਰੀ ਹੋਣ ਕਰਕੇ ਹੀ ਇੱਕ ਹੀ ਘਟਨਾ ਨੂੰ ਅਸੀਂ ਵੱਖਰੇ ਵੱਖਰੇ ਵੇਰਵਿਆਂ ਨਾਲ ਯਾਦ ਕਰਦੇ ਹਾਂ। ਕਈ ਪਤੀ ਇਹ ਕਹਿੰਦੇ ਹਨ ਕਿ ਉਸਨੇ ਗਲਤ ਇਸਤਰੀ ਨਾਲ ਵਿਆਹ ਕਰਵਾ ਲਿਆ। ਕੋਈ ਇਹ ਕਹਿਣ ਦੀ ਦਲੇਰੀ ਕਿਉਂ ਨਹੀਂ ਕਰਦਾ ਕਿ ਉਸ ਇਸਤਰੀ ਦਾ ਵਿਆਹ ਗਲਤ ਪੁਰਸ਼ ਨਾਲ ਹੋ ਗਿਆ। ਆਪਣੇ ਵਿੱਚ ਕੋਈ ਔਗੁਣ ਲੱਭਣਾ ਬੜਾ ਮੁਸ਼ਕਿਲ ਹੈ। ਗੁਣ ਤੇ ਔਗੁਣ ਦੋਵੇਂ ਪ੍ਰਸਥਿਤੀਆਂ ਦੀ ਦੇਣ ਹੁੰਦੇ ਹਨ। ਉਦਾਹਰਣ ਵਜੋਂ ਅਸੀਂ ਗਹਿਣਾ ਖਰੀਦਦੇ ਉਸਦੇ ਡਿਜ਼ਾਈਨ ਜਾਂ ਨਮੂਨੇ ਕਰਕੇ ਹਾਂ, ਪਰ ਜਦੋਂ ਵੇਚਣ ਜਾਂਦੇ ਹਾਂ ਤਾਂ ਉਹ ਡਿਜ਼ਾਈਨ ਹੀ ਉਹਦਾ ਔਗੁਣ ਬਣ ਜਾਂਦਾ ਹੈ। ਇਵੇਂ ਇੱਕ ਸਮੇਂ ਦੀ ਸਫਲਤਾ ਵੀ ਸਮਾਂ ਬੀਤਣ ਉੱਤੇ ਅਸਫਲਤਾ ਹੋ ਨਿਬੜਦੀ ਹੈ। ਜੇ ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਏ ਤਾਂ ਸਫਲਤਾ ਅਸਫਲਤਾ ਨਾਲੋਂ ਵਧੇਰੇ ਦੁਖਦਾਈ ਹੁੰਦੀ ਹੈ। ਅਸਫਲਤਾ ਸਾਨੂੰ ਦੂਜਿਆਂ ਦੀ ਹਮਦਰਦੀ ਦਿੰਦੀ ਹੈ, ਜਦੋਂ ਕਿ ਸਫਲਤਾ ਕਈ ਦੁੱਖ ਹੀ ਉਪਜਾਉਂਦੀ ਹੈ। ਵੇਖਿਆ ਗਿਆ ਕਿ ਜੇ ਤੁਹਾਡੇ ਗੁਆਂਢੀ ਅਮੀਰ ਨਹੀਂ ਹੋ ਰਹੇ ਤਾਂ ਤੁਹਾਨੂੰ ਵੀ ਅਮੀਰ ਹੋਣ ਦੀ ਕਾਹਲੀ ਨਹੀਂ ਹੋਏਗੀ। ਇਹ ਵੀ ਵੇਖਿਆ ਗਿਆ ਕਿ ਮਹਾਨ ਪਰਿਵਰਤਨ ਸੰਜੋਗਾਂ ਨਾਲ ਨਹੀਂ ਵਾਪਰਦੇ, ਸਖਤ ਮਿਹਨਤ ਦਾ ਸਿੱਟਾ ਹੁੰਦੇ ਹਨ। ਅਸੀਂ ਅਸੀਮ ਤੇ ਅਨੰਤ ਪਿਆਰ ਦੀ ਤਾਂਘ ਕਰਦੇ ਹਾਂ, ਪਰ ਭੁੱਲ ਜਾਂਦੇ ਹਾਂ ਕਿ ਪਿਆਰ ਪ੍ਰਾਪਤ ਕਰਨ ਦੀ ਸਾਡੀ ਸਮਰੱਥਾ ਬੜੀ ਸੀਮਤ ਹੁੰਦੀ ਹੈ। ਅਸੀਂ ਸਾਗਰ ਲਈ ਤਾਂਘਦੇ ਹਾਂ, ਪਰ ਸਾਡੀ ਪਿਆਸ ਇੱਕ ਗੜਵੀ ਤੋਂ ਵੱਧ ਨਹੀਂ ਹੁੰਦੀ। ਅਸੀਂ ਚੰਗੀਆਂ ਲਿਖਤਾਂ ਦਾ ਪ੍ਰਭਾਵ ਤਾਂ ਗ੍ਰਹਿਣ ਕਰਦੇ ਹਾਂ, ਪਰ ਉਸਨੂੰ ਯਤਨ ਤੇ ਅਮਲ ਵਿੱਚ ਨਹੀਂ ਢਾਲਦੇ। ਇਹੀ ਕਾਰਨ ਹੈ ਕਿ ਜੀਵਨ ਦੇ ਠੀਕ ਰਸਤੇ ਦਾ ਗਿਆਨ ਹੁੰਦਿਆਂ ਵੀ ਅਸੀਂ ਜਾਣ-ਬੁੱਝ ਕੇ ਕੁਰਾਹੀ ਪੈ ਜਾਂਦੇ ਹਾਂ। ਸਾਡੇ ਕੋਲ ਜੀਵਨ ਉਦੇਸ਼ ਤਾਂ ਹੁੰਦਾ, ਪਰ ਉਹ ਸਪਸ਼ਟ ਨਹੀਂ ਹੁੰਦਾ। ਇਸੇ ਕਰਕੇ ਅਸੀਂ ਵਧੇਰੇ ਵਾਰ ਉਦਾਸ ਹੁੰਦੇ ਹਾਂ ਤੇ ਵਧੇਰੇ ਬਿਮਾਰ ਪੈਂਦੇ ਹਾਂ। ਅਸੀਂ ਦੂਜਿਆਂ ਦੀ ਨਕਲ ਕਰਕੇ ਪ੍ਰਸੰਨ ਹੋਣਾ ਚਾਹੁੰਦੇ ਹਾਂ, ਪਰ ਭੁੱਲ ਜਾਂਦੇ ਹਾਂ ਕਿ ਨਕਲ ਵਿੱਚ ਦੁਹਰਾਓ ਹੀ ਉਪਜਦਾ ਹੈ, ਪ੍ਰਸੰਨਤਾ ਮੌਲਿਕਤਾ ਵਿੱਚੋਂ ਹੀ ਉਪਜਦੀ ਹੈ। ਤੁਹਾਡੇ ਵਾਂਗ ਮੈਂ ਵੀ ਬਹੁਤ ਸਾਰੇ ਅਜਿਹੇ ਜਵਾਨ ਲੜਕੇ ਲੜਕੀਆਂ ਨੂੰ ਜਾਣਦਾ ਜਿਨ੍ਹਾਂ ਨੇ ਆਪਣੀ ਪੜ੍ਹਾਈ ਮੁਕਾਉਣ ਤੋਂ ਪਹਿਲਾਂ ਹੀ ਆਪਣੇ ਮਾਪਿਆਂ ਤੋਂ ਬਾਹਰੇ ਹੋ ਕੇ ਆਪ ਹੁਦਰੇਪਣ ਨਾਲ ਵਿਆਹ ਕਰਵਾ ਲਿਆ ਸੀ। ਉਹਨਾਂ ਨੂੰ ਪਛਤਾਉਣ ਲਈ ਜ਼ਿੰਦਗੀ ਖੁੱਲ੍ਹਾ ਵਕਤ ਦੇ ਰਹੀ ਹੈ। ਕੋਈ ਪਲਾਟ ਲੈਣ ਸਮੇਂ, ਕੱਪੜੇ ਖਰੀਦਣ ਸਮੇਂ, ਕਿਸੇ ਕੋਰਸ ਵਿੱਚ ਦਾਖਲਾ ਲੈਣ ਲਈ ਜਾਂ ਕੁਝ ਵੀ ਮਹੱਤਵਪੂਰਨ ਕਰਨ ਸਮੇਂ ਅਸੀਂ ਆਪਣੇ ਮਾਪਿਆਂ, ਸੰਬੰਧੀਆਂ, ਦੋਸਤਾਂ ਮਿੱਤਰਾਂ ਦੀ ਸਲਾਹ ਲੈਂਦੇ ਹੀ ਨਹੀਂ। ਉਹਨਾਂ ਦੇ ਸੁਝਾਏ ਰਾਹ ਉੱਤੇ ਚੱਲਦੇ ਵੀ ਹਾਂ, ਪਰ ਆਪਣੀ ਮਰਜ਼ੀ ਦਾ ਵਿਆਹ ਕਰਨ ਵੇਲੇ ਅਸੀਂ ਕਿਸੇ ਸਲਾਹ ਦੀ ਲੋੜ ਨਹੀਂ ਸਮਝਦੇ। ਅਜਿਹੀ ਅਵਸਥਾ ਵਿੱਚ ਅਸੀਂ ਆਪਣੇ ਹਰ ਕੰਮ ਵਿੱਚ ਸਹਿਯੋਗੀ ਤੇ ਸ਼ੁਭ ਚਿੰਤਕ ਹੋਣ ਵਾਲੇ ਮਾਪਿਆਂ ਨੂੰ ਆਪਣੇ ਵਿਰੋਧੀ ਜਾਂ ਦੁਸ਼ਮਣ ਸਮਝਣ ਦਾ ਭੁਲੇਖਾ ਕਿਉਂ ਸਿਰਜ ਲੈਂਦੇ ਹਾਂ। ਸਾਡੇ ਮਾਪੇ, ਸਾਡੇ ਸੰਬੰਧੀ ਸਾਡੇ ਵਿਰੋਧੀ ਨਹੀਂ ਬਣੇ ਹੁੰਦੇ, ਸਗੋਂ ਅਸੀਂ ਉਹਨਾਂ ਦਾ ਵਿਰੋਧ ਕਰ ਰਹੇ ਹੁੰਦੇ ਹਾਂ। ਹਰ ਕਾਲ ਪਛਤਾਵੇ, ਉਪਰਾਮਤਾ ਤੇ ਨਿਰਾਸ਼ਤਾ ਨੂੰ ਜਨਮ ਦਿੰਦੀ ਹੈ ਅਤੇ ਸ਼ਿਕਾਇਤਾਂ ਸੰਘਣੀਆਂ ਹੋ ਜਾਂਦੀਆਂ ਹਨ। ਬਹੁਤ ਕੁਝ ਹੋ ਜਾਣ ਦੇ ਬਾਵਜੂਦ ਸੰਸਾਰ 'ਚ ਅਜੇ ਬਹੁਤ ਕੁਝ ਕਰਨ ਵਾਲਾ ਬਾਕੀ ਹੈ, ਜਿਹੜਾ ਅਸੀਂ ਕਰਨਾ ਹੈ। ਸੰਸਾਰ ਦੀ ਸਭ ਤੋਂ ਤੇਜ਼ ਦੌੜ ਤੇ ਸਭ ਤੋਂ ਉੱਚੀ ਛਾਲ ਅਜੇ ਲਾਈ ਜਾਣੀ ਹੈ। ਸੰਸਾਰ ਦਾ ਸਭ ਤੋਂ ਮਧੁਰ ਗੀਤ ਅਜੇ ਗਾਇਆ ਜਾਣਾ ਹੈ। ਵਿਸ਼ਵ ਦੀ ਸਭ ਤੋਂ ਚੰਗੀ ਪੁਸਤਕ ਅਜੇ ਲਿਖੀ ਜਾਣੀ ਹੈ। ਸੰਸਾਰ ਦੇ ਸਭ ਤੋਂ ਵਧੀਆ ਮਕਾਨ ਜਾਂ ਇਮਾਰਤ ਦੀ ਉਸਾਰੀ ਅਜੇ ਕੀਤੀ ਜਾਣੀ ਹੈ। ਦੁਨੀਆ ਦਾ ਸਭ ਤੋਂ ਚੰਗਾ ਕੰਮ, ਸੰਸਾਰ ਵਿੱਚੋਂ ਕੋਝ ਖਤਮ ਕਰਨ ਦਾ ਯਤਨ ਅਜੇ ਕੀਤਾ ਜਾਣਾ ਹੈ। ਮੌਕੇ ਅਥਾਹ ਹਨ, ਨਿੱਕੇ ਬੰਦਿਆਂ ਦੇ ਵੱਡੇ ਹੋਣ ਦੇ ਅਵਸਰ ਅਮੁੱਕ ਹਨ। ਇੱਕ ਵਾਰੀ ਇੱਕ ਵਿਅਕਤੀ ਨੇ ਅਰਦਾਸ ਕੀਤੀ, ਹੇ ਪਰਮਾਤਮਾ, ਇਸ ਨਿੱਘਰਦੇ ਜਾਂਦੇ ਸੰਸਾਰ ਦਾ ਸੁਧਾਰ ਕਰਨ ਲਈ ਕਿਸੇ ਨੂੰ ਭੇਜੋ। ਉੱਤਰ ਮਿਲਿਆ, ਤੁਹਾਨੂੰ ਭੇਜਿਆ ਤਾਂ ਸੀ। ਵੱਡੇ ਦਿਲਾਂ ਨਾਲ, ਵਿਸ਼ਾਲ ਸੋਚਾਂ ਨਾਲ ਤੇ ਸੁੱਚੇ ਉਦੇਸ਼ਾਂ ਦੇ ਨਿੱਕੇ ਨਿੱਕੇ ਕੰਮਾਂ, ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਵੀ ਮਹਾਨ ਵਰਤਾਰੇ ਬਣਨ ਦੀ ਸੰਭਾਵਨਾ ਹੁੰਦੀ ਹੈ। ਹਰ ਬੂੰਦ ਵਿੱਚ ਸਮੁੱਚੇ ਸਾਗਰ ਦਾ ਸੁਨੇਹਾ ਹੁੰਦਾ ਹੈ। ਵੱਡੇ ਦਿਲਾਂ ਨਾਲ, ਵਿਸ਼ਾਲ ਸੋਚਾਂ ਨਾਲ ਤੇ ਸੁੱਚੇ ਉਦੇਸ਼ਾਂ ਦੇ ਨਿੱਕੇ ਨਿੱਕੇ ਕੰਮਾਂ, ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਵੀ ਮਹਾਨ ਵਰਤਾਰੇ ਦੀ ਸੰਭਾਵਨਾ ਹੁੰਦੀ ਹੈ। ਹਰ ਬੂੰਦ ਵਿੱਚ ਸਮੁੱਚੇ ਸਾਗਰ ਦਾ ਸੁਨੇਹਾ ਹੁੰਦਾ ਹੈ। ਧੰਨਵਾਦ।